चलो जी। ये जी असी लैमन लाए ने ते माशाल्लाह ये बहुत अच्छी किस्म के लाए ने, मतलब स्पैशल किस्म ला के लिया के लाइए ही ते हाईब्रिड किस्म के ने। लेकिन ज़रूरी मकसद लोग ला देंगे ने कि नींबू ला लीए, ਉਹਦਾ ਮਕਸਦ ਇਹ ਨਹੀਂ ਹੁੰਦਾ ਕਿ ਸਿਰਫ ਨਿੰਮੂ ਲਾਉਣਾ, ਉਹਦੀ ਕਿਸਮ ਵੀ ਕਾਫੀ ਡਿਪੈਂਡ ਕਰਦੀ ਹੈ। ਦੂਜੀ ਤੁਸੀਂ ਅੱਛੀ ਕਿਸਮ ਲਾਈਏ, ਲੈਮਨ ਦੀ ਅੱਛੀ ਕਿਸਮ ਲਾ ਲਈ, ਉਸ ਤੋਂ ਬਾਅਦ ਉਹਦੇ ਜ਼ਰੂਰੀ ਹੈ ਕਿ ਤੁਸੀਂ ਆਪਣੀ ਹੱਥਾਂ ਦੀ ਮਿਹਨਤ ਵੀ ਕਰੋ, ਗੋਡੀਆਂ ਕਰੋ, ਉਹਨੂੰ ਖਾਦਾਂ ਪਾਓ, ਲੇਕਿਨ ਸਪਰੇ ਕਰੋ। ਉਸ ਤੋਂ ਬਾਅਦ ਉਹਨੇ ਕਈ ਲੋਕ ਨੇ ਕਿ ਆਪਣੀਆਂ ਦੂਜੀਆਂ ਫਸਲਾਂ 'ਤੇ ਕਰੀ ਆਉਂਦੇ ਨੇ, ਗੰਦਮ ਬੀਜ ਲਈ, ਮੁੰਜੀ ਬੀਜ ਲਈ, ਫਸਲਾਂ ਅਲੱਗ-ਅਲੱਗ ਨੇ। ਲੇਕਿਨ ਇਹਦਾ ਇਹ ਫਾਇਦਾ ਹੈ ਕਿ ਤੁਸੀਂ ਪਹਿਲੇ ਬੀਜ ਲੈਂਦੇ ਹੋ, ਤੁਸੀਂ ਬਾਗ ਲਾ ਲਿਆ, ਇਹਦੇ ਵਿੱਚ ਨਾ ਮੁਖਤਲਿਫ ਮਤਲਬ ਦੇਖੋ 14 ਫੁੱਟ ਦਾ ਤਕਰੀਬਨ ਗੈਪ ਰੱਖਿਆ ਗਿਆ ਹੈ ਤਾਂ ਕਿ खेती की जा सके। मुनासिब टाइम तक 3-4 साल तक तुम मिनीमम तुहाडा मतलब 2 साल तक ना तुसीं अपनी फसल कोई भी बीज सकते हो, ਉਹਦਾ ਤੁਹਾਨੂੰ ਦੁਗਣੀ फसल तुसीं लै लेंदे हो। ਉਹ देखो सामने बाग के अंदर गंदम बीजी हुई है तो माशाल्लाह नॉर्मली गंदम नालों भी बेहतर ਉਹਦਾ रिजल्ट है, क्योंकि जो बाग का खर्चा होंदा है ना ਉਹਦੇ ਤੇ बाग की दवाइयां ਉਹਦੀ खादां वगैरह ਉਹਦਾ असर फसल ਤੇ भी ਹੁੰਦਾ ਤੇ ਅਕਸਰ ਤੁਸੀਂ ਦੂਸਰੀ ਫਸਲ ਬੀਜਦੇ ਹੋ ਤੇ ਉਹਦੀਆਂ ਨੇ ਜਿਹੜੇ ਚੀਜ਼ਾਂ ਦਾ ਰਿਜ਼ਲਟ ਹੈ ਉਹਦੇ ਤੁਸੀਂ ਖਰਚਾ ਕਰਦੇ ਹੋ, ਉਹਦਾ ਬਾਗ ਤੇ ਵੀ ਕਾਫੀ ਅਸਰ ਹੋ ਜਾਂਦਾ ਹੈ। ਬਜਾਏ ਉਹਦੇ ਤੁਸੀਂ ਅਗਰ ਬਾਗ ਲਾ ਕੇ ਖੁੱਲ੍ਹਾ ਛੱਡ ਦਿੰਦੇ ਹੋ ਤੇ ਉਹਦਾ ਇਹ ਹੈ ਕਿ ਤੁਸੀਂ ਇਕੱਲਾ ਸਿਰਫ ਬਾਗ 'ਤੇ ਖਰਚਾ ਕਰ ਰਹੇ ਹੋ, ਉਹਦੇ ਹੋਰ ਤੁਹਾਨੂੰ ਕੋਈ ਐਡਵਾਂਟੇਜ ਨਹੀਂ ਮਿਲ ਰਿਹਾ। ਲੇਕਿਨ ਇਹਦਾ ਇਹ ਹੈ ਕਿ ਦੁਗਣੀ ਫਸਲ ਲੈ ਕੇ ਬਾਕੀ ਫਸਲਾਂ ਦੀ ਨਿਸਬਤ ਇਹਦਾ ਸਾਨੂੰ ਇੱਕ ਸਾਈਡ ਕੋਈ ਖਰਚੇ ਤੋਂ ਬਗੈਰ ਸਾਨੂੰ ਲੈਦਾ ਇਹਦਾ ਪ੍ਰੋਫਿਟ ਮਿਲ ਰਹੀ ਹੁੰਦੀ ਹੈ। ਆਹ ਦੇਖੋ ਮਾਸ਼ਾਅੱਲਾ ਛੋਟੇ ਛੋਟੇ ਪੌਦੇ ਨੇ ਹਾਲੀ ਤੇ ਉਹਨਾਂ ਨਾਲ ਕਿਤਨਾ ਫਲ ਲੱਗਿਆ ਹੋਇਆ। उन्नी देर तक जिन्नी देर तक ये जवान नहीं हो रहे उन्नी देर तक दूजियां फसलां उगाई जा रहे हैं, शटाला बीज लो, जो मर्जी सी सब्जियां बीज लो, छोटियां सब्जियां, ਉਹਦੇ फायदा ये हो जाता है कि छोटे ਹੁੰਦੇ ਬਾਗ ਨੂੰ ਸਾਇਆ ਮਿਲ ਜਾਂਦਾ ਹੈ, ਉੱਪਰ ਜਲਦੀ ਪ੍ਰਵਾਨ ਚੜ੍ਹ ਜਾਂਦਾ ਹੈ। ਅਕੇਲਾ ਅਗਰ ਸੀ ਖੁਸ਼ਕੀ ਦੇ ਵਿੱਚ ਗਰਮੀ ਦੇ ਵਿੱਚ ਸੀ ਬਾਗ ਨੂੰ ਇਕੱਲੇ ਛੱਡ ਦਿੰਦੇ ਹੋ, ਉਹ ਜ਼ਿਆਦਾ ਪਾਣੀ ਲਵੇਗਾ, ਤੁਹਾਡੇ ਖਰਚੇ ਜ਼ਿਆਦਾ ਵੱਧ ਜਾਣਗੇ। ਲੇਕਿਨ ਇਹ ਹੈ ਕਿ ਫਸਲ ਤੁਸੀਂ ਆਪਣੀ ਫਸਲ ਬੀਜੋ, ਟਰੈਕਟਰ ਆਸਾਨੀ ਨਾਲ ਗੁਜ਼ਰ ਰਿਹਾ ਹੈ ਗੈਪ ਦੇ ਨਾਲ, ਲੇਕਿਨ ਜਲਦੀ ਜਿਤਨੀ ਨਾਲ ਇਹ ਆਪਣਾ ਗੈਪ ਭਰਦਾ ਜਾਏਗਾ ਫਿਰ ਤੁਸੀਂ ਆਪਣੀ ਬਾਕੀ ਫਸਲ ਬੀਜਣੀ ਛੱਡ ਦਿਓ। ਬੇਸ਼ੱਕ ਜਦੋਂ ਦੇਖੋ ਕਿ ਸਾਡੇ ਖਰਚੇ ਪੂਰੇ ਕਰ ਰਿਹਾ, ਪ੍ਰੋਫਿਟ ਪੂਰੀ ਕਰ ਰਿਹਾ, ਫਿਰ ਇਹ ਹੈਗਾ ਤੁਸੀਂ ਬਾਕੀ ਫਸਲਾਂ ਬੇਸ਼ੱਕ ਨਾ ਬੀਜੋ। ਤੇ ਇਹ ਜੀ ਜ਼ਰੂਰੀ ਨਹੀਂ ਕਿ ਤੁਸੀਂ ਇੱਕ ਬਾਗ ਸਿਰਫ ਲਾ ਲਿਆ, ਉਹਨੂੰ ਲਾ ਕੇ ਛੱਡ ਦਿਓ, ਅੱਛੀ ਕਿਸਮ ਦਾ ਲਾ ਕੇ ਛੱਡ ਦਿਓ, ਲੇਕਿਨ ਉਹਨੂੰ ਬਾਗ ਆ ਕੇ ਪੁੱਛੋ ਨਾ। ਲੇਕਿਨ ਉਹ ਆਪਣੀ ਮਰਜ਼ੀ ਨਾਲ ਕੋਈ ਫਸਲ ਨਹੀਂ, ਇੱਦਾਂ ਫਸਲ ਨਹੀਂ ਹੁੰਦੀ, ਤੇ ਫਿਰ ਇਹ ਤਾਂ ਬਾਗ ਪੌਦੇ ਪ੍ਰਵਾਨ ਚੜ੍ਹਨੇ ਹੁੰਦੇ ਨੇ, ਤੁਸੀਂ ਉਹਨਾਂ ਨੂੰ ਖੁਰਾਕ ਨਹੀਂ ਪਾਉਂਦੇ, ਪਾਣੀ ਤੱਕ ਨਹੀਂ ਆ ਕੇ ਪੁੱਛਦੇ, ਤੇ ਉਹਨਾਂ ਆਖਿਰ ਉੱਥੇ ਹੀ ਖੜਿਆ ਰਹਿਣਾ ਜਿੱਦਾਂ ਤੁਸੀਂ ਲਾ ਕੇ ਜਾਂਦੇ ਹੋ। ਉਹਦੇ ਲਈ ਕਿਸਾਨ ਲਈ ਜ਼ਰੂਰੀ ਹੈ ਕਿ ਉਹਨੂੰ ਆ ਕੇ ਮਿਹਨਤ ਕਰੇ, ਉਹਦੇ 'ਤੇ ਗੋਡੀਆਂ ਕਰੇ, ਪਾਣੀ ਟਾਈਮ 'ਤੇ ਉਹਨੂੰ ਦਿੰਦਾ ਰਹੇ ਤਾਂ ਕਿ ਉਹਦੀ ਪ੍ਰਵਾਨ ਚੜ੍ਹਦਾ ਰਹੇ, ਖੁਸ਼ਕੀ ਨਾ ਪਹੁੰਚੇ ਉਹਨੂੰ ਪਾਣੀ। ਦੂਸਰੀਆਂ ਫਸਲਾਂ ਦੇ ਵਿੱਚ ਕਿੰਨਾ ਮਤਲਬ ਕੀ ਬੈਨੀਫਿਟ ਹੈਗਾ ਅਤੇ ਇਹਦੇ 'ਚ ਕੀ ਬੈਨੀਫਿਟ ਅਗਰ ਤੁਸੀਂ ਦੱਸੋ ਜ਼ਰਾ ਕਿ ਕਿੰਨੇ ਅਖਰਾਜਾਤ ਆਉਂਦੇ ਨੇ? ਦੂਸਰੀਆਂ ਸਰ ਜਿਹੜੀਆਂ ਮੁਖਤਲਿਫ ਫਸਲਾਂ ਨੇ ਨਾ ਉਹਨਾਂ 'ਤੇ ਆਪਣਾ ਖਰਚਾ ਤੁਸੀਂ ਕਰਦੇ ਹੋ, ਖਾਦ ਦਾ, ਤੇਲ ਅੱਜ ਕੱਲ੍ਹ ਬਹੁਤ ਮਹਿੰਗੇ ਨੇ ਅਤੇ ਕਿਸਾਨ ਨੂੰ ਹਲ ਚਲਾਉਣੇ ਹੁੰਦੇ ਨੇ, ਉਹ ਬਰਦਾਸ਼ਤ ਤੋਂ ਬਾਹਰ ਹੋ ਰਹੇ ਨੇ ਅੱਜ ਕੱਲ੍ਹ। ਲੇਕਿਨ ਕਿਸਾਨ ਉਹਦੇ ਵਿੱਚ ਜਾ ਰਿਹਾ, ਉਹਦੇ ਵਿੱਚ ਇੰਟਰਸਟਿਡ ਹੈ ਕਿ ਮੈਂ ਆਹੀ ਕੰਮ ਕਰਨਾ ਹੈ। ਇਹਦਾ ਇਹ ਕਿ ਤੁਸੀਂ ਲਾ ਲਿਆ, ਇਹਦੇ 'ਤੇ ਕੋਈ ਤੇਲ ਦਾ ਖਰਚਾ ਨਹੀਂ, ਇਸ ਤਰ੍ਹਾਂ ਦਾ ਕੋਈ ਖਰਚਾ ਨਹੀਂ, ਸਿਰਫ ਤੁਸੀਂ ਉਹਦੀ ਗੋਡੀਆਂ ਕਰਨੀਆਂ ਨੇ, ਆਪਣੀ ਹੱਥ ਦੀ ਮਿਹਨਤ ਕਰਨੀ ਹੈ। ਉਸ ਤੋਂ ਬਾਅਦ ਖਾਦਾਂ ਤੁਸੀਂ ਬਾਕੀ ਫਸਲਾਂ ਦਿੰਦੇ ਹੋ, ਨਾਲ ਉਹਨੂੰ ਵੀ ਥੋੜ੍ਹੀ ਬਹੁਤ ਦਿੱਤੀ ਜਾ ਰਹੇ ਹੋ, ਅਤੇ ਉਹ ਤੁਹਾਨੂੰ ਬਾਕੀ ਫਸਲ ਦੇ ਨਾਲ ਇਹ ਇੱਕ ਐਕਸਟਰਾ ਤੁਹਾਨੂੰ ਮਿਲ ਜਾਂਦੀ ਹੈ, ਅਤੇ ਤੁਹਾਡੀ ਇੱਕ ਐਕਸਟਰਾ ਐਡਵਾਂਟੇਜ ਮਿਲ ਰਿਹਾ ਇਸ ਚੀਜ਼ ਦਾ ਕਿ ਇਹਦੇ ਤੁਹਾਨੂੰ ਅਲੱਗ ਤੋਂ ਕੋਈ ਖਰਚਾ ਨਹੀਂ ਕਰਨਾ ਪੈ ਰਿਹਾ। ਲੇਕਿਨ ਜਦੋਂ ਤੁਹਾਨੂੰ ਅਲੱਗ ਤੋਂ ਖਰਚਾ ਕਰਨਾ ਪੈਣਾ, ਬਾਕੀ ਫਸਲ ਕਰਨੀ ਤੁਸੀਂ ਛੱਡ ਦਿੰਦੇ ਹੋ, ਉਹਨੂੰ ਤੁਹਾਨੂੰ ਅਲੱਗ ਤੋਂ ਖਰਚਾ ਇਹਦਾ ਨਹੀਂ ਕਰਨਾ ਪੈਂਦਾ, ਕਿਉਂਕਿ ਉਹਦੇ ਤੱਕ ਆਪਣਾ ਜਵਾਨ ਹੋ ਚੁੱਕਿਆ ਹੁੰਦਾ, ਉਦੋਂ ਫਿਰ ਤੁਸੀਂ ਇਹਦਾ ਸਿਰਫ ਫਲ ਹੀ ਖਾਂਦੇ ਹੋ, ਹੋਰ ਕੁਝ।